ਇਹ ਜਿਹੜੀ ਆਰਥਿਕ ਮੰਦੀ ਹੈ, ਮੇਰੇ ਕੰਮ ਕਰਨ ਬੰਦ ਕਰਨ ਦਾ ਕਾਰਨ ਵੀ ਇਹ ਹੈ, ਮੈਨੂੰ ਪਤਾ ਹੈਗਾ ਕਿ ਆਉਣ ਵਾਲੇ 3 ਸਾਲ ਤੱਕ 2-3 ਸਾਲ ਤੱਕ ਇਹ ਜਿਹੜੀ ਆਰਥਿਕ ਮੰਦੀ ਹੈ ਠੀਕ ਨਹੀਂ ਹੋ ਸਕਦੀ। ਮੇਰਾ ਕੰਮ ਹੋਰ ਸੀਗਾ, ਮੇਰਾ ਆਲ ਸੈਂਟਰ ਵੀ ਬੰਦ ਪਿਆ। ਮੇਰਾ ਕੰਮ ਹੋਰ ਸੀਗਾ, ਚਲੋ ਮੈਂ ਤਾਂ ਆਨਲਾਈਨ ਕਲਾਸਾਂ ਵੀ ਦੇ ਸਕਦਾ, ਕੋਈ ਹੁਣ ਫਰੂਟ ਚਾਟ ਤਾਂ ਆਨਲਾਈਨ ਵੇਚ ਨਹੀਂ ਸਕਦਾ, ਮੇਰੇ ਕੋਲ ਤਾਂ ਆਪਸ਼ਨ ਹੈਗੀ ਹੈ, ਚੱਲ ਮੈਂ ਦੇ ਲੂੰਗਾ, ਘੱਟ ਫੀਸ 'ਤੇ ਦੇ ਲੂੰਗਾ। ਹੁਣ ਦਹੀਂ ਭੱਲੇ ਕਿਹੜਾ ਆਨਲਾਈਨ ਦੇ ਸਕਦਾ ਕੋਈ। ਹੁਣ ਫੋਟੋਗ੍ਰਾਫਰ ਵੀ ਪ੍ਰਭਾਵਿਤ ਹੋਏ ਆ, ਜੇ ਵਿਆਹ ਨਹੀਂ ਹੋ ਰਹੇ ਤਾਂ ਫੋਟੋਗ੍ਰਾਫਰਾਂ ਦਾ ਵੀ ਇੱਕ ਕੰਮ ਹੈਗਾ ਜਿਹੜਾ ਪ੍ਰਭਾਵਿਤ ਹੈ ਕਿ ਉਹਨੇ ਵੀ ਨਹਿਰ 'ਚ ਛਾਲ ਮਾਰ ਕੇ ਪਤਨਾ ਖੁਦਕੁਸ਼ੀ ਕਰ ਲਈ। ਸੋ ਇੱਦਾਂ ਦੇ ਬਹੁਤ ਸਾਰੇ ਜਿਹੜੇ ਵਿਆਹਾਂ ਨਾਲ ਜੁੜੇ ਹੋਏ ਕਾਰੋਬਾਰ ਸੀਗੇ, ਉਹਨਾਂ 'ਤੇ ਬਹੁਤ ਮਾੜਾ ਅਸਰ ਪਿਆ। ਤਰੀਕੇ ਨਾਲ ਕਾਰੋਬਾਰ ਨੂੰ ਖੋਲ੍ਹਿਆ ਜਾਣਾ ਚਾਹੀਦਾ, ਸਾਰੇ ਕਾਰੋਬਾਰ ਖੋਲ੍ਹੇ ਜਾਣੇ ਚਾਹੀਦੇ ਆ। ਕੋਈ ਵੀ ਹੈਗਾ, ਚਾਹੇ ਤੁਸੀਂ ਕਿਸੇ ਬੰਦੇ ਨੂੰ ਬੇਰੁਜ਼ਗਾਰ ਕਰਕੇ, ਨਾ ਹੀ ਤੁਸੀਂ ਉਹਨੂੰ ਭੱਤੇ ਦੇ ਰਹੇ ਹੋ। ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਪ੍ਰਾਈਵੇਟ ਸਕੂਲਾਂ ਵਾਲੇ ਫੀਸਾਂ ਨਹੀਂ ਮਾਫ਼ ਕਰ ਰਹੇ, ਬਿੱਲ ਬਿਜਲੀ ਦੇ ਆ ਰਹੇ ਆ। ਅੱਛਾ, ਕੱਲ੍ਹ ਤਾਂ ਇੱਕ ਬਹੁਤ ਹੀ ਘਟੀਆ ਬਿਆਨ ਇੱਕ ਬੀਜੇਪੀ ਦੇ ਲੀਡਰ ਨੇ ਦਿੱਤਾ ਕਿ ਜਿਨ੍ਹਾਂ ਨੂੰ ਮਹਿੰਗਾਈ ਲੱਗਦੀ ਆ ਉਹ ਰੋਟੀ ਖਾਣੀ ਬੰਦ ਕਰ ਦਿਓ। ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਭੁੱਖਮਰੀ ਜਾਂ ਮੰਦੀ ਦਾ ਸ਼ਿਕਾਰ ਹੋ ਰਿਹਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਵੀ ਤਾਂ ਕਿਤੇ ਨਾ ਕਿਤੇ ਵਧੇਗਾ। ਜਿਹੜੀ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਜਿਹੜੀ ਸਭ ਤੋਂ ਜ਼ਿਆਦਾ ਮੰਦਵਾੜੇ ਦਾ ਸ਼ਿਕਾਰ ਹੋਈ ਆ, ਉਹ ਖੁੱਲ੍ਹ ਕੇ ਕਿਸੇ ਤੋਂ ਮਦਦ ਵੀ ਨਹੀਂ ਮੰਗ ਸਕਦੇ, ਠੀਕ ਹੈ, ਕਿਉਂਕਿ ਸਮਾਜ ਦੇ ਵਿੱਚ ਇੱਕ ਰੁਤਬਾ ਬਣਿਆ ਹੁੰਦਾ, ਠੀਕ ਹੈ। ਫਿਰ ਉਹ ਬੰਦੇ ਨੇ, ਇਹ ਪੋਸਟ ਪਾਉਣ ਵਾਲੇ ਨੇ ਲਿਖਿਆ ਕਿ ਜੇ ਤੁਹਾਡੇ ਆਲੇ ਦੁਆਲੇ ਇੱਦਾਂ ਦੇ ਕੋਈ ਪਰਿਵਾਰ ਹੈਗੇ ਨੇ, ਸਾਨੂੰ ਉਹਨਾਂ ਬਾਰੇ ਦੱਸੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਲਾਕਡਾਊਨ ਚੱਲ ਰਿਹਾ ਹੈ, 10 ਤਰੀਕ 10 ਜੂਨ ਤੱਕ ਇੱਕ ਵਾਰ ਵਧਾ ਦਿੱਤਾ ਗਿਆ। ਸ਼ਨੀ ਐਤਵਾਰ ਦਾ ਲਾਕਡਾਊਨ ਹੈ, ਬਾਕੀ ਦਿਨ ਦੁਕਾਨਾਂ ਖੋਲ੍ਹਣ ਦਾ ਸਮਾਂ 5 ਵਜੇ ਹੈ। ਕਈ ਕਾਰੋਬਾਰ ਇਹੋ ਜਿਹੇ ਆ ਜਿਹੜੇ ਹਾਲੇ ਤੱਕ ਪੂਰੀ ਤਰ੍ਹਾਂ ਬੰਦ ਹੈ। ਇਸ ਸਭ 'ਤੇ ਗੱਲਬਾਤ ਕਰਨ ਲਈ ਕੀ ਪ੍ਰਭਾਵ ਪਏ ਹੈ ਇਹਨਾਂ ਕਾਰੋਬਾਰਾਂ 'ਤੇ, ਕਿਸ ਤਰੀਕੇ ਦੇ ਨਾਲ ਵੱਡੀ ਮੰਦੀ ਦਾ ਸ਼ਿਕਾਰ ਹੋ ਰਹੇ ਆ ਵੱਡੇ ਪੱਧਰ ਦੇ ਕਾਰੋਬਾਰ, ਸਾਰਿਆਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੇਰੇ ਸਾਥੀ ਦਿਲਬਾਗ ਸਿਵੀਆਂ ਸਾਹਿਬ, ਸਵਾਗਤ ਹੈ ਤੁਹਾਡਾ ਲੋਕਵਾਈ ਟੀਵੀ। ਸਤਿ ਸ਼੍ਰੀ ਅਕਾਲ ਜੀ। ਸਿਵੀਆਂ ਸਾਹਿਬ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਾਲ ਵੀ ਲਾਕਡਾਊਨ ਲੱਗਿਆ, ਇਸ ਵਾਰ ਵੀ ਲਾਕਡਾਊਨ ਲੱਗਿਆ। ਲਾਕਡਾਊਨ ਦੇ ਚੱਲਦਿਆਂ ਕਿਹੜੇ ਕਾਰੋਬਾਰ ਤੁਸੀਂ ਮੰਨਦੇ ਹੋ ਕਿ ਜਿਨ੍ਹਾਂ ਨੂੰ ਬਿਲਕੁਲ, ਕਈ ਕਾਰੋਬਾਰ ਤਾਂ ਅਜਿਹੇ ਆ ਕਿ ਜਿਹੜੇ ਨਿਰੰਤਰ ਚੱਲਦੇ ਰਹੇ ਆ, ਪਰ ਕਈ ਕਾਰੋਬਾਰ ਤਾਂ ਅਜਿਹੇ ਆ ਜਿਹੜੇ ਬਹੁਤ ਬੁਰੀ ਤਰ੍ਹਾਂ ਅਫੈਕਟ ਹੋਏ ਆ, ਉਹਨਾਂ 'ਚ ਕਿਹੜੇ ਕਾਰੋਬਾਰ ਤੁਸੀਂ ਮੰਨਦੇ ਹੋ? ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਦਾ ਕਿ ਹੁਣ ਨਾ ਜਦੋਂ ਰਿਸ਼ਤਾ ਹੋਇਆ ਕਰੂਗਾ ਤਾਂ ਉਦੋਂ ਪਹਿਲਾਂ ਪੁੱਛਿਆ ਕਰਨਗੇ ਕਿ ਤੁਹਾਡਾ ਮੁੰਡਾ ਕੀ ਕਰਦਾ, ਅਤੇ ਮੇਰੇ ਖਿਆਲ ਕਰਿਆਨੇ ਵਾਲੇ ਅਤੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਰਿਸ਼ਤਾ ਭੱਜ ਕੇ ਹੋਇਆ ਕਰੂਗਾ, ਕਿਉਂਕਿ ਇਹ ਨਹੀਂ ਬੰਦ ਹੋਏ ਅਤੇ ਬਾਕੀ ਸਾਰਾ ਕੁਛ ਹੀ ਬੰਦ ਹੋ ਗਿਆ। ਅਤੇ ਜੇ ਆਪਾਂ ਹੁਣ ਗੱਲ ਕਰਨੀ ਹੋਵੇ ਵੀ ਬੰਦ ਹੋਇਆ ਕੀ ਆ, ਮੇਰਾ ਆਪਣਾ ਇੱਕ ਬਿਜ਼ਨਸ ਹੈ। ਮੈਂ ਪਹਿਲਾਂ ਵੀ ਤੁਹਾਡੀ ਇੱਕ ਇੰਟਰਵਿਊ 'ਚ ਜ਼ਿਕਰ ਕੀਤਾ ਸੀਗਾ ਕਿ ਮੈਂ ਸ਼ੂਗਰ ਕੇਨ, ਗੰਨੇ ਦੇ ਜੂਸ ਦਾ ਇੱਕ ਛੋਟਾ ਜਿਹਾ ਕੈਫੇ ਟਾਈਪ ਸ਼ੁਰੂ ਕੀਤਾ ਸੀਗਾ, ਅਤੇ ਜਿਹੜਾ ਮੈਂ ਬਿਲਕੁਲ ਬੰਦ ਕਰਤਾ, ਪਰਮਾਨੈਂਟਲੀ ਕਲੋਜ਼ ਕਰਤਾ ਹੈਗਾ ਉਹਨੂੰ ਮੈਂ, ਉੱਥੋਂ ਮੈਂ ਸਮਾਨ ਵਗੈਰਾ ਆਪਣਾ ਚੱਕ ਲਿਆ। ਸੋ ਜੇ ਆਪਾਂ ਦੇਖਣਾ ਸ਼ੁਰੂ ਕਰੀਏ 1 ਬਾਏ 1, ਤਾਂ ਸਾਨੂੰ ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਪਊਗਾ ਵੀ ਕਿਹੜੇ ਕਾਰੋਬਾਰ ਪ੍ਰਭਾਵਿਤ ਹੋਏ ਆ। ਜੇ ਵੱਡੇ ਦੇਖੀਏ ਤਾਂ ਆਪਾਂ ਕਹਿ ਦਈਏ ਜੀ ਪੈਲਸ ਬੰਦ ਪਏ ਨੇ, ਵੱਡੇ ਵਿਆਹ ਹੁਣ ਹਟ ਕੇ ਛੋਟੇ ਹਾਲਾਂ 'ਚ ਚਲਾ ਗਿਆ ਕੰਮ। ਉਸ ਤੋਂ ਬਾਅਦ ਵੇਖੀਏ ਜਿਹੜਾ ਕਾਰੋਬਾਰ ਆ, ਜਿੰਨੇ ਵੀ ਕਾਰੋਬਾਰ ਨੇ, ਚਾਹੇ ਉਹ ਕੱਪੜੇ ਦਾ, ਠੀਕ ਹੈ, ਕੱਪੜੇ ਦੇ ਕਾਰੋਬਾਰ ਦੇ ਵਿੱਚ ਕੀ ਸੀ, ਜੇ ਵਿਆਹ ਨਹੀਂ ਵੱਡੀ ਮਾਤਰਾ ਦੇ ਵਿੱਚ ਹੋਣਗੇ, ਵੱਡੀ ਗਿਣਤੀ ਦੇ ਵਿੱਚ ਹੋਣਗੇ, ਫਿਰ ਕੱਪੜੇ ਵੀ ਲੋਕ ਕਿਉਂ ਲੈਣਗੇ, ਠੀਕ ਹੈ। ਉਸ ਤੋਂ ਜੇ ਇਹ ਤਾਂ ਵੱਡੇ ਨੇ, ਦੋ ਨਾਂ ਲਏ, ਟੈਂਟ ਵਾਲੇ ਵੀਰ ਨੇ, ਉਹਨਾਂ ਦਾ ਟੈਂਟ ਦਾ ਕੰਮ ਨਹੀਂ ਚੱਲ ਰਿਹਾ, ਪੈਲਸਾਂ ਵਾਲੇ ਵੀਰ ਨੇ, ਉਹਨਾਂ ਦਾ ਕੰਮ ਨਹੀਂ ਚੱਲ ਰਿਹਾ, ਕੱਪੜੇ ਦਾ ਕਾਰੋਬਾਰ ਨਹੀਂ ਚੱਲ ਰਿਹਾ। ਹੁਣ ਆਪਾਂ ਕੁਛ ਇਹੋ ਜਿਹੇ ਕਾਰੋਬਾਰ ਨੇ ਜਿਹੜੇ ਪ੍ਰਭਾਵਿਤ ਹੋਏ ਨੇ, ਜਿਵੇਂ ਕਿ ਮੈਂ ਅੱਜ ਇੱਕ ਖਬਰ ਪੜ੍ਹ ਰਿਹਾ ਸੀਗਾ ਕਿ ਕਿਸੇ ਬੰਦੇ ਨੇ ਚੋਰੀ ਕੀਤੀ ਹੈ ਬਠਿੰਡੇ, ਅਤੇ ਚਲੋ ਕਾਰੋਬਾਰ ਹਰੇਕ ਕਾਰੋਬਾਰ ਹੈ। ਇੱਕ ਬੰਦਾ ਆਟੋ ਚਲਾਉਂਦਾ ਸੀਗਾ ਅਤੇ ਉਹਦੀ ਘਰ ਵਾਲੀ ਵਿਚਾਰੀ ਔਰਕੈਸਟਰਾ ਨਾਲ ਡਾਂਸਰ ਦਾ ਕੰਮ ਕਰਦੀ ਸੀ। ਹੁਣ ਉਹ ਕਾਰੋਬਾਰ ਵੀ ਬੰਦ ਹੈ ਅਤੇ ਉਹਨਾਂ ਨੂੰ ਚੋਰੀ ਕਰਨੀ ਪਈ। ਜੇ ਕਾਰੋਬਾਰ ਬੰਦ ਸੀ ਤਾਂ ਹੀ ਚੋਰੀ ਕਰਨੀ ਪਈ, ਨਹੀਂ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਸੀ। ਜਿਹੜੇ ਫਰੂਟ ਚਾਟ ਵਗੈਰਾ ਦਾ ਕੰਮ ਕਰਦੇ ਸੀਗੇ ਲੋਕ ਵਿਆਹਾਂ ਦੇ ਵਿੱਚ, ਜਿਹੜੇ ਸਟਾਲਾਂ ਲਾਉਂਦੇ ਸੀ ਅਲੱਗ-ਅਲੱਗ, ਕੋਈ ਗੋਲ ਗੱਪਿਆਂ ਦੀ, ਕੋਈ ਦਹੀਂ ਭੱਲੇ ਦੀ, ਠੀਕ ਹੈ, ਉਹ ਕਾਰੋਬਾਰ ਵੀ ਜਿਹੜਾ ਹੈਗਾ ਪ੍ਰਭਾਵਿਤ ਹੋਇਆ, ਜਿਹੜਾ ਵਿਆਹ ਦੇ ਨਾਲ ਸੰਬੰਧਿਤ ਹੈਗਾ, ਠੀਕ ਹੈ। ਫਿਰ ਜਿਹੜੇ ਟੈਂਟ ਲਾਉਣ ਵਾਲੇ ਮਜ਼ਦੂਰ ਹੁੰਦੇ ਸੀ, ਉਹ ਮਜ਼ਦੂਰਾਂ ਦਾ ਕਾਰੋਬਾਰ ਖਤਮ ਹੋਇਆ। ਫੁੱਲਾਂ ਦੇ ਕਾਰੋਬਾਰਾਂ 'ਤੇ ਅਸਰ ਪਿਆ। ਜੇ ਵਿਆਹ ਘੱਟ ਹੋਏ ਨੇ, ਜੇ ਪੈਲਸਾਂ ਦੇ ਵਿੱਚ ਸਜਾਵਟ ਦੇ ਉੱਤੇ ਫੁੱਲਾਂ ਦੀ ਵਰਤੋਂ ਹੁੰਦੀ ਸੀਗੀ, ਉਹ ਕਾਰੋਬਾਰ 'ਤੇ ਵੀ ਪ੍ਰਭਾਵ ਪਿਆ ਹੈਗਾ। ਜਿੰਮ ਵਾਲੇ ਮੁੰਡਿਆਂ ਦੀ, ਤੁਸੀਂ ਤੁਹਾਡੇ ਚੈਨਲ 'ਤੇ ਵੀ ਇੱਕ ਸੀਗੀ ਕਿ ਜਿੰਮ ਬੰਦ ਪਏ ਨੇ। ਸੋ ਸਾਰੇ ਕਾਰੋਬਾਰਾਂ 'ਤੇ ਕੁੱਲ ਮਿਲਾ ਕੇ ਅਸਰ ਪਿਆ ਹੈ। ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਦਿਖਦੀਆਂ ਨਹੀਂ ਹੁੰਦੀਆਂ ਗੀਆਂ, ਠੀਕ ਹੈ। ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਸਾਡੇ ਸ਼ਹਿਰ ਦਾ ਬੜਾ ਵਧੀਆ ਕੰਮ ਕਰਨ ਵਾਲਾ ਬੰਦਾ ਸੀਗਾ, ਜਿਹਦਾ ਚਾਟ ਦਾ ਕੰਮ ਚੱਲਦਾ ਹੁੰਦਾ ਸੀ, ਫਰੂਟ ਚਾਟ ਦਾ ਜਾਂ ਹੋਰ ਸਟਾਲਾਂ ਵਗੈਰਾ ਲਾਉਂਦਾ ਹੁੰਦਾ ਸੀ। ਉਸ ਨੂੰ ਵਿਚਾਰੇ ਨੂੰ ਮਜਬੂਰਨ ਅੱਜ ਇੱਕ ਅਹਾਤੇ 'ਤੇ ਕੰਮ ਕਰਨਾ ਪੈ ਰਿਹਾ, ਕਿ ਜਿਹੜੇ ਦਾ ਬਹੁਤ ਵਧੀਆ ਕੰਮ ਹੁੰਦਾ ਸੀ ਵੀਰ ਦਾ, ਅੱਜ ਉਹ ਇੱਕ ਅਹਾਤੇ 'ਤੇ ਕੰਮ ਕਰ ਰਿਹਾ। ਫਿਰ ਕਾਰੋਬਾਰ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਦਿਖਦੇ, ਸਾਨੂੰ ਐਂ ਲੱਗਦਾ ਹੁੰਦਾ ਕਿ ਸ਼ਾਇਦ ਕੰਮ ਠੀਕ ਚੱਲੀ ਜਾਂਦਾ, ਪਰ ਬਹੁਤ ਇੱਦਾਂ ਦੇ ਕਾਰੋਬਾਰ ਨੇ ਜਿਹੜੇ ਪ੍ਰਭਾਵਿਤ ਹੋਏ ਆ। ਜਦੋਂ ਲਾਕਡਾਊਨ ਸ਼ੁਰੂ ਹੋਇਆ ਪਿਛਲੇ ਸਾਲ,
ਤਾਂ ਉਦੋਂ ਮੈਂ ਇੱਕ ਗੱਲ ਆਪਣੇ ਦੋਸਤਾਂ ਨਾਲ ਬੈਠ ਕੇ ਕਈ ਵਾਰੀ ਕੀਤੀ ਹੈ ਕਿ ਬਰਸਾਤ ਹੋਈ ਜਾਂਦੀ ਆ, ਹਜੇ ਤਾਂ ਬਰਸਾਤ ਹੋ ਰਹੀ ਆ ਬਾਹਰਲੇ ਪਾਸੇ, ਇਹਦੇ ਜਿਹੜੇ ਬਰਸਾਤ ਜਦੋਂ ਹੋ ਕੇ ਹਟ ਗਈ ਨਾ, ਮਾੜੇ ਪ੍ਰਭਾਵ ਤਾਂ ਸਾਨੂੰ ਬਾਅਦ 'ਚ ਦਿਖਣਗੇ ਕਿ ਮਾੜੇ ਪ੍ਰਭਾਵ ਹੈ ਕੀ। ਫਿਰ ਸਾਨੂੰ ਛੱਤ 'ਤੇ ਚੜ੍ਹ ਕੇ ਪਤਾ ਲੱਗੂਗਾ ਕਿ ਜਿਹੜਾ ਪਾਣੀ ਚੋ ਰਿਹਾ ਸੀ, ਕਿੱਥੋਂ ਚੋ ਰਿਹਾ ਸੀ, ਉਹ ਮੋਰਾ ਕਿੱਡਾ ਵੱਡਾ। ਇਹ ਜਿਹੜੀ ਆਰਥਿਕ ਮੰਦੀ ਹੈ, ਮੇਰੇ ਕੰਮ ਬੰਦ ਕਰਨ ਦਾ ਕਾਰਨ ਵੀ ਇਹ ਹੈ, ਮੈਨੂੰ ਪਤਾ ਹੈਗਾ ਕਿ ਆਉਣ ਵਾਲੇ 3 ਸਾਲ ਤੱਕ, 2-3 ਸਾਲ ਤੱਕ ਇਹ ਜਿਹੜੀ ਆਰਥਿਕ ਮੰਦੀ ਹੈ ਠੀਕ ਨਹੀਂ ਹੋ ਸਕਦੀ, ਕਿਉਂਕਿ ਜਿਹੜੀਆਂ ਲੋਕਾਂ ਨੇ ਪਲੈਨਿੰਗਸ ਕੀਤੀਆਂ ਹੋਈਆਂ ਸੀਗੀਆਂ, ਬਹੁਤ ਲੋਕਾਂ ਨੇ ਕੈਂਸਲ ਕਰਤੀਆਂ। ਫਿਰ ਇਹ ਆਰਥਿਕ ਮੰਦੀ ਤੋਂ ਉੱਭਰ ਕੇ ਉਸੇ ਤਰੀਕੇ ਨਾਲ ਕੰਮ ਚੱਲਣ ਨੂੰ ਮੈਨੂੰ ਲੱਗਦਾ ਹਜੇ ਕਿ ਇਹ 5-6 ਸਾਲ ਆ ਜਿਹੜੀ ਗੱਡੀ ਟਰੈਕ 'ਤੇ ਨਹੀਂ ਆਉਣੀ। ਫਿਰ ਇਹ ਜਿਹੜੇ ਛੋਟੇ ਛੋਟੇ ਕਾਰੋਬਾਰ ਹੈ, ਹੁਣ ਲੋਕਾਂ ਨੂੰ ਆਦਤ ਵੀ ਪੈ ਗਈ, ਠੀਕ ਹੈ, ਕਿ ਵੀ ਜਿਵੇਂ ਵਿਆਹ ਛੋਟੇ ਕਰਨ ਦੀ ਆਦਤ ਪੈ ਗਈ, ਪ੍ਰੋਗਰਾਮ ਛੋਟੇ ਕਰਨ ਦੀ ਆਦਤ ਪੈ ਗਈ, ਜਿਹੜੇ ਪਹਿਲਾਂ ਵੱਡੇ ਰੂਪ ਦੇ ਵਿੱਚ ਹੁੰਦੀਆਂ ਸੀਗੀਆਂ ਚੀਜ਼ਾਂ, ਠੀਕ ਹੈ, ਫਿਰ ਉਹ ਸਾਰੀਆਂ ਪ੍ਰਭਾਵਿਤ ਹੋਈਆਂ। ਅਤੇ ਕਾਰੋਬਾਰ ਬਹੁਤ ਸਾਰੇ ਹੈਗੇ ਨੇ, ਹੋਰ ਵੀ ਬਹੁਤ ਸਾਰੇ ਹੋਣਗੇ ਜਿਹੜੇ ਮੇਰੇ ਵੀ ਧਿਆਨ 'ਚ ਨਹੀਂ ਹੋਣੇ ਹਜੇ, ਠੀਕ ਹੈ, ਕਿ ਉਹ ਸਾਰੇ ਕਾਰੋਬਾਰਾਂ 'ਤੇ ਅਸਰ ਪਿਆ। ਕਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਜਿਵੇਂ ਸ਼ਾਮ ਨੂੰ ਆ, ਹੁਣ ਗੋਲ ਗੱਪਿਆਂ ਦੀਆਂ ਰੇਹੜੀਆਂ, ਦਹੀਂ ਭੱਲਿਆਂ ਦੀਆਂ ਰੇਹੜੀਆਂ ਜਾਂ ਹੋਰ ਇੱਦਾਂ ਦਾ ਕੰਮ ਹੈ, ਕਦੇ ਤੁਸੀਂ ਇਹ ਤਾਂ ਹੈ ਨਹੀਂ ਗਾ ਵੀ ਹੈ ਨਾ 9 ਤੋਂ 5 ਦਾ ਟਾਈਮ ਦਿੱਤਾ ਅਤੇ ਸਵੇਰੇ ਤੁਸੀਂ 9 ਵਜੇ ਗੋਲ ਗੱਪੇ ਖਾਣ ਉੱਠ ਜਾਓ। ਉਹ ਟਾਈਮ ਹੀ ਹੈ ਜਿਹੜਾ ਉਹਦਾ ਲੋਕਾਂ ਦਾ ਸ਼ਾਮ ਨੂੰ ਮਨ ਕਰਦਾ ਉਸ ਚੀਜ਼ ਨੂੰ, ਫਰੀ ਹੋ ਕੇ ਜਾਂਦਾ ਬੰਦਾ ਕੰਮ ਤੋਂ ਘਰੇ ਜਾਂਦਾ ਹੁੰਦਾ, ਫਿਰ ਉਦੋਂ ਮਨ ਕਰਦਾ ਹੈਗਾ ਉਹਦਾ। ਇਹ ਖਾਣ ਪੀਣ ਨੂੰ ਵੀ ਜੇ ਕੁਛ ਦਿਲ ਕਰੂਗਾ ਸ਼ਾਮ ਨੂੰ ਮਨ ਕਰੂਗਾ। ਬਹੁਤ ਅੱਛੇ ਰੈਸਟੋਰੈਂਟ ਜਿਹੜੇ ਵਧੀਆ ਚੱਲ ਰਹੇ ਸੀਗੇ ਮੇਰੀਆਂ ਅੱਖਾਂ ਦੇ ਸਾਹਮਣੇ। ਮੇਰਾ ਕੰਮ ਹੋਰ ਸੀਗਾ, ਮੇਰਾ ਆਲ ਸੈਂਟਰ ਵੀ ਬੰਦ ਪਿਆ, ਮੇਰਾ ਕੰਮ ਹੋਰ ਸੀਗਾ। ਚਲੋ ਮੈਂ ਤਾਂ ਔਨਲਾਈਨ ਕਲਾਸਾਂ ਵੀ ਦੇ ਸਕਦਾ, ਕੋਈ ਹੁਣ ਫਰੂਟ ਚਾਟ ਤਾਂ ਔਨਲਾਈਨ ਵੇਚ ਨਹੀਂ ਸਕਦਾ, ਮੇਰੇ ਕੋਲ ਤਾਂ ਆਪਸ਼ਨ ਹੈਗੀ ਹੈ, ਚੱਲ ਮੈਂ ਦੇ ਲੂੰਗਾ, ਘੱਟ ਫੀਸ 'ਤੇ ਦੇ ਲੂੰਗਾ। ਹੁਣ ਦਹੀਂ ਭੱਲੇ ਕਿਹੜਾ ਔਨਲਾਈਨ ਦੇ ਸਕਦਾ ਕੋਈ। ਸੋ ਇਸ ਕਰਕੇ ਇਸ ਤਰ੍ਹਾਂ ਦੇ ਬਹੁਤ ਕੰਮ ਹੈਗੇ ਆ ਜਿਨ੍ਹਾਂ ਦੇ ਮਾੜੇ ਪ੍ਰਭਾਵ ਪਏ ਆ, ਜਿਹਦੇ ਨਤੀਜੇ ਮਾੜੇ। ਤੁਸੀਂ ਦੇਖੋ ਕਿ ਇੱਕ ਲੜਕਾ ਸੀਗਾ ਜਿਹਦੀ ਮੈਂ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਸੀਗੀ ਕਿ ਇੱਕ ਜਿੰਮ ਦਾ ਮਾਲਕ ਸੀਗਾ ਲੜਕਾ, ਲੁਧਿਆਣੇ ਤੋਂ, ਜਿੰਮ ਟ੍ਰੇਨਰ ਸੀ ਜਾਂ ਮਾਲਕ ਸੀ, ਉਹਨੇ ਖੁਦਕੁਸ਼ੀ ਕਰ ਲਈ। ਕਿ ਕਿੰਨੇ ਸੋਹਣੀ ਸਿਹਤ ਦਾ ਮਾਲਕ ਬੰਦਾ ਖੁਦਕੁਸ਼ੀ ਕਰ ਗਿਆ ਕਿਉਂਕਿ ਉਹਦਾ ਕੰਮ ਨਹੀਂ ਚੱਲ ਰਿਹਾ। ਦੂਜੇ ਨੰਬਰ 'ਤੇ ਇੱਕ ਪਾਤੜਾਂ ਤੋਂ ਫੋਟੋਗ੍ਰਾਫਰ ਸੀ। ਹੁਣ ਫੋਟੋਗ੍ਰਾਫਰ ਵੀ ਪ੍ਰਭਾਵਿਤ ਹੋਏ ਆ। ਜੇ ਵਿਆਹ ਨਹੀਂ ਹੋ ਰਹੇ ਤਾਂ ਫੋਟੋਗ੍ਰਾਫਰਾਂ ਦਾ ਵੀ ਇੱਕ ਕੰਮ ਹੈਗਾ ਜਿਹੜਾ ਪ੍ਰਭਾਵਿਤ ਹੈ ਕਿ ਉਹਨੇ ਵੀ ਨਹਿਰ 'ਚ ਛਾਲ ਮਾਰ ਕੇ ਪਾਤੜਾਂ ਖੁਦਕੁਸ਼ੀ ਕਰ ਲਈ। ਸੋ ਇੱਦਾਂ ਦੇ ਬਹੁਤ ਸਾਰੇ ਜਿਹੜੇ ਵਿਆਹਾਂ ਨਾਲ ਜੁੜੇ ਹੋਏ ਕਾਰੋਬਾਰ ਸੀਗੇ, ਉਹਨਾਂ 'ਤੇ ਬਹੁਤ ਮਾੜਾ ਅਸਰ ਪਿਆ। ਕੀ ਲੱਗਦਾ ਹੈ, ਜਿਵੇਂ ਹੁਣ ਕਹਿ ਰਿਹਾ ਕਿ ਹਜੇ ਤੀਜੀ ਲੇਅਰ ਦਾ ਆਉਣਾ ਬਾਕੀ ਹੈ ਕਰੋਨਾ ਦੀ, ਤਾਂ ਜੇ ਉਹ ਆਉਂਦੀ ਹੈ ਤਾਂ ਹੋ ਸਕਦਾ ਸਰਕਾਰ ਇੱਦੋਂ ਵੀ ਜਦ ਸਖਤੀਆਂ ਵਧਾ ਦਿੰਦੀ ਹੈ ਸਰਕਾਰ, ਪਰ ਲੋਕਾਂ ਦੇ ਲਈ ਜਿਹੜਾ ਕਿ ਜ਼ਰੂਰਤ ਹੈ, ਜਿਵੇਂ ਹੁਣ ਕਾਰੋਬਾਰ ਤਾਂ ਉਹਦਾ ਬੰਦ ਕਰ ਦਿੱਤਾ, ਪਰ ਉਹਦੇ ਲਈ ਕੋਈ ਦੂਜਾ ਰਸਤਾ ਹੋਵੇ ਵੀ ਜਿਹਦੇ ਨਾਲ ਉਹ ਕਮਾਈ ਕਰ ਸਕੇ, ਉਹ ਨਹੀਂ ਖੋਲ੍ਹਦੀ। ਕਿਵੇਂ ਦੇਖਦੇ ਹੋ ਇਸ ਸਭ ਨੂੰ ਤੁਸੀਂ? ਦੇਖੋ ਜੀ, ਸਰਕਾਰ ਦੇ ਜਿਹੜੇ ਆਪਦੇ ਕੰਮ ਆ ਉਹ ਤਾਂ ਚੱਲ ਰਹੇ ਆ। ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ, ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਫੋਟੋ ਆ, ਮਾੜਾ ਤੁਸੀਂ ਇਹਨੂੰ ਜ਼ੂਮ ਕਰਕੇ ਦੇਖੋਗੇ ਤਾਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਕੈਬਨਿਟ ਮਿਨਿਸਟਰ ਆ ਪੰਜਾਬ ਦੇ। ਇਹਨਾਂ ਨੇ ਕੀ ਕੀਤਾ ਹੈਗਾ, ਪੋਸਟ ਪਾਈ ਹੈ ਕਿ ਸਾਬਕਾ ਸਰਪੰਚ ਕਸ਼ਮੀਰ ਸਿੰਘ ਖੱਦਰ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖੱਦਰ ਸੈਂਕੜੇ ਪਰਿਵਾਰਾਂ ਸਮੇਤ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਆ ਕਾਂਗਰਸ 'ਚ ਸ਼ਾਮਲ ਹੋਇਆ। ਹੁਣ ਤੁਸੀਂ ਇਹਨਾਂ ਦੇ ਵਿੱਚ ਵੇਖੋ, ਫੋਟੋ ਦੇਖੋ ਤੁਸੀਂ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਕਿਸੇ ਦੇ ਮਾਸਕ ਨਹੀਂ ਲੱਗਿਆ ਹੋਇਆ। ਬਿਲਕੁਲ। ਤੇ ਕਿਉਂਕਿ ਇਹ ਲੀਡਰ ਨੇ, ਇਹਨਾਂ 'ਤੇ ਕੋਈ ਪਰਚਾ ਨਹੀਂ ਹੋ ਸਕਦਾ, ਤੇ ਜਿੱਥੇ ਫਿਰ ਦੂਜੀਆਂ ਚੀਜ਼ਾਂ ਨੇ ਸਾਰੀਆਂ ਉੱਥੇ ਪਰਚਾ ਹੋ ਸਕਦਾ ਹੈ। ਘੱਟੋ ਘੱਟ 50 ਬੰਦੇ ਨੇ ਫੋਟੋ ਦੇ ਵਿੱਚ ਖੜ੍ਹੇ ਹੋਏ। ਫਿਰ ਭਾਰਤ ਵਰਗੇ ਮੁਲਕ ਦੇ ਵਿੱਚ, ਮੈਂ ਪਹਿਲਾਂ ਵੀ ਕਹਿੰਦਾ ਸੀਗਾ, ਲੋਕਾਂ ਨੂੰ ਜਿੱਥੇ 140 ਕਰੋੜ ਦੀ ਆਬਾਦੀ ਹੈ, ਜਿੱਥੇ ਪਾਪੂਲੇਸ਼ਨ ਬਹੁਤ ਡੈਂਸ ਆ, ਉਹਨਾਂ ਨੂੰ ਬੰਦ ਕਰਨਾ ਬਹੁਤ ਔਖਾ ਹੈ। ਤਰੀਕੇ ਨਾਲ ਕਾਰੋਬਾਰ ਨੂੰ ਖੋਲ੍ਹਿਆ ਜਾਣਾ ਚਾਹੀਦਾ, ਸਾਰੇ ਕਾਰੋਬਾਰ ਖੋਲ੍ਹੇ ਜਾਣੇ ਚਾਹੀਦੇ ਆ। ਕੋਈ ਵੀ ਹੈਗਾ, ਚਾਹੇ ਤੁਸੀਂ ਕਿਸੇ ਬੰਦੇ ਨੂੰ ਬੇਰੁਜ਼ਗਾਰ ਕਰਕੇ, ਨਾ ਹੀ ਤੁਸੀਂ ਉਹਨੂੰ ਭੱਤੇ ਦੇ ਰਹੇ ਹੋ। ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਪ੍ਰਾਈਵੇਟ ਸਕੂਲਾਂ ਵਾਲੇ ਫੀਸਾਂ ਨਹੀਂ ਮਾਫ਼ ਕਰ ਰਹੇ, ਬਿੱਲ ਬਿਜਲੀ ਦੇ ਆ ਰਹੇ ਆ। ਅੱਛਾ, ਕੱਲ੍ਹ ਤਾਂ ਇੱਕ ਬਹੁਤ ਹੀ ਘਟੀਆ ਬਿਆਨ ਇੱਕ ਬੀਜੇਪੀ ਦੇ ਲੀਡਰ ਨੇ ਦਿੱਤਾ ਕਿ ਜਿਨ੍ਹਾਂ ਨੂੰ ਮਹਿੰਗਾਈ ਲੱਗਦੀ ਆ ਉਹ ਰੋਟੀ ਖਾਣੀ ਬੰਦ ਕਰ ਦਿਓ। ਇਸ ਤੋਂ ਜ਼ਿਆਦਾ ਘਟੀਆ ਬੇਸ਼ਰਮੀ ਦੀ ਹੱਦ ਹੋਊਗੀ ਕਿ ਤੁਸੀਂ ਕਹਿ ਦਿੰਦੇ ਆ ਕਿ ਮਹਿੰਗਾਈ ਲੱਗਦੀ ਹੈ। ਮਹਿੰਗਾਈ ਵੀ ਹੋ ਰਹੀ ਹੈ, ਕਾਰੋਬਾਰ ਵੀ ਬੰਦ ਪਏ ਆ, ਅਤੇ ਫਿਰ ਬੰਦਾ ਕੀ ਕਰੇ? ਖੁਦਕੁਸ਼ੀਆਂ ਦੇ ਰਾਹ ਹੀ ਪੈਣਗੇ ਲੋਕ। ਅੱਛਾ, ਮਾਨਸਿਕ ਤੌਰ 'ਤੇ ਲੋਕ ਟੁੱਟ ਚੁੱਕੇ ਆ, ਟੁੱਟੇ ਹੋਏ ਨੇ ਲੋਕ। ਜੇ ਤੁਸੀਂ ਕਿਸੇ ਨਾਲ ਗੱਲ ਕਰੋ, ਫੋਨ ਲਾ ਲਓ, ਕਿਸੇ ਨਾਲ ਵੀ ਗੱਲ ਕਰੋ, ਸਭ ਮਾਨਸਿਕ ਤੌਰ 'ਤੇ ਟੁੱਟੇ ਹੋਏ ਆ ਲੋਕ, ਠੀਕ ਹੈ। ਫਿਰ ਇਸ ਮੰਦੀ ਤੋਂ ਜਦੋਂ ਇਹ ਖੁੱਲ੍ਹ ਵੀ ਜਾਊਗਾ ਨਾ, ਇਹ ਐਡੀ ਛੇਤੀ ਟਰੈਕ 'ਤੇ ਆਉਣ ਵਾਲਾ ਨਹੀਂ ਹੈਗੀਆਂ ਸਾਰੀਆਂ ਚੀਜ਼ਾਂ। ਕੁਛ ਕੁ ਕਾਰੋਬਾਰ ਹੈ ਜਿਹੜੇ ਤੁਰੰਤ ਟਰੈਕ 'ਤੇ ਆ ਜਾਣਗੇ। ਮੈਨੂੰ ਨਹੀਂ ਲੱਗਦਾ ਕਿ ਉਵੇਂ ਜਿਵੇਂ ਪਹਿਲਾਂ ਵਿਆਹ ਹੁੰਦੇ ਸੀ, ਵੱਡੇ ਵੱਡੇ ਵਿਆਹ ਹੋਣਗੇ। ਸੋ ਇਸ ਕਰਕੇ ਮੈਨੂੰ ਲੱਗਦਾ ਇਹਦੇ ਬੁਰੇ ਪ੍ਰਭਾਵ ਆ ਜਿਹੜੇ ਹਜੇ ਆਉਣ ਵਾਲੇ। GDP ਦੇਖੋ ਮਾਈਨਸ 'ਚ ਚਲੀ ਗਈ, ਅਤੇ ਇਹਨਾਂ ਨੇ ਕਹੀ ਦਿੱਤਾ ਨਹੀਂ ਜੀ GDP ਨਾਂ ਦੀ ਤਾਂ ਕਦੋਂ ਬੰਦਿਆਂ ਨੇ, BJP ਵਾਲਿਆਂ ਨੇ ਵੀ ਕਹਿੰਦਾ GDP ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ, ਬਸ ਸਾਰਾ ਕੁਛ ਠੀਕ ਚੱਲੀ ਜਾਂਦਾ। ਹਾਂ, GDP ਖਤਮ ਕਰਤੀ। ਹਾਂ, ਉਹ ਕਹਿੰਦੇ ਨਹੀਂ ਹੁੰਦਾ ਜੀ ਕੁਛ। ਸਵਰਗਾਸੀ ਅਰੁਣਜੋਤਲੀ ਜੀ ਕਹਿੰਦੇ ਹੁੰਦੇ ਸੀ, ਜਦੋਂ BJP ਕੋਈ ਨਵਾਂ ਪੁੱਠਾ ਲੈ ਕੇ ਆਉਂਦੀ ਹੁੰਦੀ ਨੇ, ਉਹ ਕਹਿ ਦਿੰਦੇ ਹੁੰਦੇ ਸੀ ਇਹ ਤਾਂ ਜੀ ਨਿਊ ਨੋਰਮਸ ਹੈ, ਇਹ ਨਿਊ ਨੋਰਮਲ ਹੈ, ਕਿ ਐਂ ਹੁੰਦੀਆਂ ਚੀਜ਼ਾਂ ਜੀ, ਪੁਰਾਣੀਆਂ ਗੱਲਾਂ ਗਈਆਂ, ਇਹ ਨਿਊ ਨੋਰਮਲ ਹੈ। ਲੋਕਾਂ ਦੇ ਕਾਰੋਬਾਰ ਬੰਦ ਹੈ, ਨਿਊ ਨੋਰਮਲ ਹੈ। ਇਹ ਬੰਦ ਪਿਆ, ਤੁਸੀਂ ਘਰਾਂ 'ਚ ਡੱਕਿਆ ਹੋਇਆ ਤੁਹਾਨੂੰ, ਇਹ ਨਿਊ ਨੋਰਮਲ ਨੇ, ਜ਼ਿੰਦਗੀ ਐਂ ਹੁੰਦੀ ਐਂ ਜੋ। ਬਟ ਜਦੋਂ ਪਿਛਲੀ ਵਾਰ ਕੀ ਸੀ, ਕਾਰੋਬਾਰ ਬੰਦ ਸੀ, ਲੋਕਾਂ ਕੋਲ ਥੋੜ੍ਹੀ ਬਹੁਤੀ ਸੇਵਿੰਗ ਬਚੀ ਸੀਗੀ ਕਿਸੇ ਕੋਲੇ,
ਐਤਕੀ ਕੀ ਹੋ ਗਿਆ, ਕਾਰੋਬਾਰ ਖੁੱਲ੍ਹ ਗਏ, ਦੁਕਾਨਾਂ ਦਾ ਖਰਚਾ ਪੈਣ ਲੱਗ ਗਿਆ, ਜਿਹੜਾ ਉਹਨਾਂ ਦੀ ਸੇਵਿੰਗ ਸੀ ਉਹ ਤਾਂ ਵਿਚਾਰਿਆਂ ਦੀ ਚਲੀ ਗਈ। ਮੈਂ ਤੁਹਾਨੂੰ ਕਿਹਾ ਨਾ, ਹੁਣ ਉਹਨਾਂ ਕੋਲ ਪੈਸੇ ਨਹੀਂ ਹੈਗੇ ਖਰਚਣ ਨੂੰ, ਦੁਕਾਨਾਂ ਖੁੱਲ੍ਹੀਆਂ ਪਈਆਂ ਅਤੇ ਦੁਕਾਨਦਾਰ ਗਾਹਕ ਡੀਕ ਰਹੇ ਆ। ਸੋ ਇਹਦਾ ਹਾਲਾਤ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਰਾਬ ਹੋਣਗੇ ਸਾਡੇ ਮੁਲਕ 'ਚ। ਜਿਵੇਂ ਤੁਸੀਂ ਪਹਿਲਾਂ ਚੋਰੀ ਦੀ ਗੱਲ ਕੀਤੀ ਸੀ ਕਿ ਇੱਕ ਉਹ ਆਰਕੈਸਟਰਾ ਦਾ ਕੰਮ ਕਰਦੀ ਸੀ ਲੜਕੀ, ਉਹਦਾ ਜਿਹੜਾ ਪਤੀ ਸੀ ਉਹ ਆਟੋ ਚਲਾਉਂਦੇ, ਤਾਂ ਇਸ ਤਰੀਕੇ ਮੈਨੂੰ ਲੱਗਦਾ ਵੀ ਜਿਵੇਂ ਹਾਲਾਤ ਚੱਲ ਰਹੇ ਆ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਭੁੱਖਮਰੀ ਜਾਂ ਮੰਦੀ ਦਾ ਸ਼ਿਕਾਰ ਹੋ ਰਿਹਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਵੀ ਤਾਂ ਕਿਤੇ ਨਾ ਕਿਤੇ ਵਧੇਗਾ। ਬਿਲਕੁਲ ਜੀ, ਜਦੋਂ ਕਹਿੰਦੇ ਨਾ, ਜਦੋਂ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਜਦੋਂ ਪੇਟ 'ਚ ਸਾਡੇ ਰੋਟੀਆਂ ਹੀ ਹੈ ਨਹੀਂ, ਜਦੋਂ ਸਾਡੇ ਕੋਲੇ ਭੁੱਖ ਦਾ ਸ਼ਿਕਾਰ ਆ ਅਸੀਂ। ਇੱਕ ਕਿਸੇ ਦੋਸਤ ਨੇ ਕੱਲ੍ਹ ਜਾਂ ਪਰਸੋਂ ਇੱਕ ਫੋਟੋ ਸ਼ੇਅਰ ਕੀਤੀ ਸੀਗੀ, ਜਿਹਦੇ ਵਿੱਚ ਨਾ ਉਹਨਾਂ ਦੇ ਘਰੇ ਮਾਰਬਲ ਲੱਗਿਆ ਹੋਇਆ ਅਤੇ ਉਹਨਾਂ ਨੂੰ ਉਹ ਅਨਾਜ ਦੇ ਕੇ ਆਏ ਆ, ਉਹਨਾਂ ਨੂੰ ਜਾਣੀ ਦੀ ਉਹ ਰਾਸ਼ਨ ਦੇ ਕੇ ਆਏ ਆ। ਜਿਹੜੀ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਆ, ਜਿਹੜੀ ਸਭ ਤੋਂ ਜ਼ਿਆਦਾ ਮੰਦਵਾੜੇ ਦਾ ਸ਼ਿਕਾਰ ਹੋਈ ਆ, ਉਹ ਖੁੱਲ੍ਹ ਕੇ ਕਿਸੇ ਤੋਂ ਮਦਦ ਵੀ ਨਹੀਂ ਮੰਗ ਸਕਦੇ, ਠੀਕ ਹੈ, ਕਿਉਂਕਿ ਸਮਾਜ ਦੇ ਵਿੱਚ ਇੱਕ ਰੁਤਬਾ ਬਣਿਆ ਹੁੰਦਾ, ਠੀਕ ਹੈ। ਫਿਰ ਉਹ ਬੰਦੇ ਨੇ, ਇਹ ਪੋਸਟ ਪਾਉਣ ਵਾਲੇ ਨੇ ਲਿਖਿਆ ਕਿ ਜੇ ਤੁਹਾਡੇ ਆਲੇ ਦੁਆਲੇ ਇੱਦਾਂ ਦੇ ਕੋਈ ਪਰਿਵਾਰ ਹੈਗੇ ਨੇ, ਸਾਨੂੰ ਉਹਨਾਂ ਬਾਰੇ ਦੱਸੋ, ਅਸੀਂ ਉਹਨਾਂ ਦਾ ਨਾਮ ਡਿਸਕਲੋਜ਼ ਨਹੀਂ ਕਰਦੇ, ਪਰ ਅਸੀਂ ਉਹਨਾਂ ਦੇ ਘਰੇ ਮਦਦ ਪਹੁੰਚਾ ਕੇ ਆਉਂਦੇ ਹਾਂ, ਠੀਕ ਹੈ। ਤੁਸੀਂ ਜੈਤੋ ਤੋਂ, ਤੁਹਾਡੇ ਤੇ ਇੱਕ ਭਿੰਦਰ ਜੀ ਹੈਗੇ ਨੇ ਆਪਣੇ ਦੋਸਤ, ਭਿੰਦਰ ਜੈਤੋ ਤੋਂ, ਉਹਨਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਸੀ, 2 ਮਹੀਨੇ ਹੋ ਗਏ ਸ਼ਾਇਦ ਗੱਲ ਕੀਤੀ ਸੀ। ਉਹ ਕਹਿੰਦਾ ਦਿਲਬਾਗ ਮੈਨੂੰ ਵੀ ਕਹਿੰਦੇ ਸੀਗਾ ਆਪਾਂ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਕਰਨਾ, ਕਹਿੰਦਾ ਮੈਨੂੰ ਕਿਹਾ ਸੀਗਾ ਵੀ ਰਾਸ਼ਨ ਮੈਂ ਫੋਟੋਆਂ ਨਹੀਂ ਅਸੀਂ ਖਿੱਚਣੀਆਂ, ਰਾਸ਼ਨ ਮੈਂ ਬੰਦੇ ਆਇਡੈਂਟੀਫਾਈ ਕਰਕੇ ਕਿ ਜਿਨ੍ਹਾਂ ਨੂੰ ਲੋੜ ਹੈਗੀ ਆ ਮੈਂ ਉਹਨਾਂ ਦੇ ਘਰੇ ਰਾਸ਼ਨ ਪਹੁੰਚਾਉਣਾ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਬਹੁਤ ਸਾਰੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਦੇ ਵੀ ਕਈ ਇਹੋ ਜਿਹੇ ਬੰਦੇ ਹੈਗੇ ਨੇ ਕਿ ਘਰੇ ਗੱਡੀਆਂ ਖੜੀਆਂ ਬਟ ਰੋਟੀ ਖਾਣ ਲਈ ਪੈਸੇ ਨਹੀਂ ਹੈਗੇ। ਜਦੋਂ ਕੰਮ ਹੀ ਨਹੀਂ ਚੱਲ ਰਿਹਾ ਫਿਰ ਪੈਸੇ ਕਿੱਥੋਂ ਆਉਣ, ਠੀਕ ਹੈ। ਅਤੇ ਲਾਈਟਿੰਗ ਦਾ ਕੰਮ ਕਰਨ ਵਾਲੇ ਲੋਕ, ਸਾਊਂਡ ਦਾ ਕੰਮ ਕਰਨ ਵਾਲੇ ਲੋਕ, ਠੀਕ ਹੈ, ਵਿਆਹ ਸ਼ਾਦੀਆਂ 'ਤੇ ਇੱਦਾਂ ਦਾ ਕੰਮ ਕਰਨ ਵਾਲੇ ਲੋਕ ਸਭ ਵਿਹਲੇ ਹੋਏ ਬੈਠੇ ਨੇ। ਤਾਂ ਅਸੀਂ ਗੱਲਬਾਤ ਕੀਤੀ ਜਿਹੜੇ ਕਾਰੋਬਾਰ ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਇਆ ਲਾਕਡਾਊਨ ਦੇ ਚੱਲਦਿਆਂ, ਤਾਂ ਇੱਥੇ ਸਵਾਲ ਇਹੀ ਬਣਦਾ ਕਿ ਸਰਕਾਰਾਂ ਬਿਲਕੁਲ ਬਿਮਾਰੀ ਦੇ ਚੱਲਦਿਆਂ ਉਹਨਾਂ ਦਾ ਜਿਹੜੇ ਕਾਨੂੰਨ ਆ ਲਾਗੂ ਕਰਨ ਦਾ ਅਧਿਕਾਰ ਹੈ, ਲੋਕਾਂ ਨੂੰ ਬਚਾਉਣਾ, ਪਰ ਲੋਕਾਂ ਨੂੰ ਇੱਕ ਬਿਮਾਰੀ ਤੋਂ ਬਚਾ ਕੇ ਇੱਕ ਆਰਥਿਕ ਤੌਰ 'ਤੇ ਮਾਰਿਆ ਜਾਣਾ, ਇਹ ਵੀ ਕਿੰਨਾ ਕੁ ਸਹੀ ਹੈ। ਜੇਕਰ ਵਿਦੇਸ਼ਾਂ ਦੇ ਵਿੱਚ ਲਾਕਡਾਊਨ ਲੱਗਦੇ ਆ ਤਾਂ ਉੱਥੋਂ ਦੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਦੇ ਲਈ ਸਰਕਾਰਾਂ ਬਰਾਬਰ ਪ੍ਰਬੰਧ ਕਰਦੀਆਂ, ਉਹਨਾਂ ਦੇ ਲਈ ਜੇਕਰ ਅਸੀਂ ਕਹੀਏ ਕਿ ਜੇਕਰ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੁੰਦੇ ਆ ਤਾਂ ਉਹਨਾਂ ਨੂੰ ਜਿਹੋ ਜਿਹੇ ਭੱਤੇ ਮਿਲਦੇ ਆ, ਪਰ ਸਾਡੇ ਸਿਰਫ ਰੋਕਾਂ ਹੀ ਲਗਾਈਆਂ ਜਾਂਦੀਆਂ, ਇਹ ਨਹੀਂ ਸੋਚਿਆ ਜਾਂਦਾ ਕਿ ਲੋਕ ਕਿਸ ਤਰੀਕੇ ਦੇ ਨਾਲ ਆਪਣਾ ਜੀਵਨ ਬਸਰ ਕਰਨਗੇ। ਜਿਨ੍ਹਾਂ ਦੇ ਕਾਰੋਬਾਰ ਬੰਦ ਪਏ ਆ ਪਿਛਲੇ 1.5 ਜਾਂ 2 ਮਹੀਨੇ ਤੋਂ ਲਗਾਤਾਰ ਹੋ ਗਿਆ, ਉਹ ਹੁਣ ਕਿੱਥੇ ਜਾਣਗੇ, ਕਿਹਨੂੰ ਕਹਿ ਕੇ ਆਪਣੀ ਗੁਹਾਰ ਲਗਾਉਣਗੇ ਕਿ ਅਸੀਂ ਜੀ ਇਸ ਵਕਤ ਔਖੇ ਹਾਂ, ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਤਾਂ ਸੋਚਣਾ ਬਣਦਾ ਸਰਕਾਰ ਨੂੰ ਇਸ ਸਭ 'ਤੇ ਉਹਨਾਂ ਦੇ ਕਾਰੋਬਾਰ ਖੋਲ੍ਹਣੇ ਚਾਹੀਦੇ ਆ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਇਹ ਜਿਹੜੀ ਕਰੋਨਾ ਕਾਲ ਦੇ ਚੱਲਦਿਆਂ ਲਾਕਡਾਊਨ ਲੱਗੇ ਤੋਂ ਪ੍ਰਭਾਵਿਤ ਹੋਏ ਹੈ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ TV।